सत श्री अकाल प्यारे विद्यार्थियों, प्यारे बच्चों। अज आपां जिहड़ी तुहाडे नाल कहानी बारे गलबात करनी है वो है +2 क्लास की नीली कहानी। सो इस कहानी तो पहलां आओ असीं जाणदे कि नीली की है। असल च नीली एक गऊ है, चिट्टे रंग की वधिया दुੱਧ देण दी जिहड़ी नस्ल वाली गऊ हुंदी है उहनूं असीं कह सकते हैं एक चंगी नस्ल की चिट्टे रंग की गऊ जिसका नाम नीली है। उसकी देखभाल करने वाला एक गवाला है। वो गवाला बेटा एक गऊ नूं जिवें असीं शहरां दे विच ट्रेंड हुंदा कि वो अपने घरां दे विच पशु नहीं पाल सकते, बट एक गवाले तो गऊ लै लैंदे ने, मतलब मुੱਲ नहीं, ਉਹਦਾ ਦੁੱਧ ਮੁੱਲ ਲੈਣ ਲਈ ਵੀ ਉਹਦੀ ਅੱਖਾਂ ਦੇ ਸਾਹਮਣੇ ਜਿਹੜਾ ਉਹਦਾ ਦੁੱਧ ਉਹਨਾਂ ਨੂੰ ਚੋ ਕੇ ਦੇ ਜੇ। ਸੋ ਇੱਦਾਂ ਹੀ ਹਰ ਰੋਜ਼ ਜਿਹੜੀ ਨੀਲੀ ਆ ਇੱਕ ਇਹਦੇ ਵਿੱਚ ਪਤੀ ਪਤਨੀ ਨੇ, ਮਾਲਕ ਅਤੇ ਮਾਲਕਿਨ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਕਹਾਣੀ ਦੇ ਵਿੱਚ, ਉਹ ਗਊ ਆਉਂਦੀ ਆ। ਸਭ ਤੋਂ ਪਹਿਲਾਂ ਉਹ ਆਪਣੇ ਸਿੰਗਾਂ ਦੇ ਨਾਲ ਦਰਵਾਜ਼ੇ ਨੂੰ ਖੋਲ੍ਹਦੀ ਆ ਅਤੇ ਉਹਨਾਂ ਦੇ ਘਰ ਇੱਕ ਜਿਹੜਾ ਰੁੱਖ ਲੱਗਿਆ ਉਹਦੇ ਨੀਚੇ ਆ ਕੇ ਉਹ ਰੁਕ ਜਾਂਦੀ ਆ ਅਤੇ ਉਹਦਾ ਗਵਾਲਾ ਜਿਹੜਾ ਆਉਂਦਾ ਉਹ ਕਦੇ ਨਾ ਕਦੇ ਉਹਦੇ ਲਈ ਚੰਗੀ ਖਾਲ, ਜਿਵੇਂ ਅਸੀਂ ਕਹਿੰਦੇ ਕਿ ਚੰਗਾ ਉਹਨੂੰ ਮਸਾਲਾ ਭੁੱਕ ਕੇ ਜਿਹੜਾ ਭੋਜਨ ਅਸੀਂ ਉਹ ਕਹਿ ਦਿੰਦੇ ਹਾਂ ਕਿ ਚਾਰਾ ਖਵਾਉਂਦਾ, ਅਤੇ ਨੀਲੀ ਹਰ ਰੋਜ਼ ਵਧੀਆ ਦੁੱਧ ਦਿੰਦੀ ਹੈ ਅਤੇ ਚਲੀ ਜਾਂਦੀ ਹੈ। ਤੋ ਜਿਹੜਾ ਇਹ ਗਵਾਲਾ ਹੁੰਦਾ ਇਹਨੂੰ ਹੁੰਦਾ ਕਿ ਜਿਹੜੀ ਨੀਲੀ ਹੈ ਮੈਨੂੰ ਵੱਧ ਤੋਂ ਵੱਧ ਦੁੱਧ ਦੇਵੇ ਅਤੇ ਮੈਂ ਮੁਨਾਫਾ ਲਵਾਂ। ਤੋ ਇੱਦਾਂ ਚੱਲਦੇ ਚੱਲਦੇ ਬੇਟਾ ਜਿਹੜੀ ਇਹ ਨੀਲੀ ਹੁੰਦੀ ਆ ਇਹਦਾ ਮਤਲਬ ਇਹਨੇ ਇੱਕ ਅਗਲੀ ਬੱਚੀ ਨੂੰ ਆਪਦੀ ਨੂੰ ਜਨਮ ਦਿੰਦੀ ਆ, ਵੱਛੀ ਨੂੰ। ਅਤੇ ਉਹ ਜਿਹੜੀ ਵੱਛੀ ਹੁੰਦੀ ਹੈ ਇਹਦੀ ਛੋਟੀ ਬੱਚੀ ਹੁੰਦੀ ਆ, ਇਹ ਗਵਾਲੇ ਨੂੰ ਲਾਲਚ ਹੁੰਦਾ ਕਿ ਉਹਦਾ ਜਿਹੜਾ ਦੁੱਧ ਆ ਵੱਧ ਤੋਂ ਵੱਧ ਉਹ ਵੇਚੇ। ਉਹ ਐਂ ਜਦੋਂ ਵੱਛੀ ਨੂੰ ਛੱਡਦਾ ਉਹ ਆਪਣਾ ਪੋਲਾ ਪੋਲਾ ਮੂੰਹ ਉਹਦੇ ਥਣਾਂ 'ਤੇ ਮਾਰਦੀ ਹੈ ਅਤੇ ਜਿਹੜੀ ਇਹ ਨੀਲੀ ਆ ਦੁੱਧ ਲਾ ਲੈਂਦੀ ਹੈ ਅਤੇ ਬਹੁਤ ਦੁੱਧ ਦਿੰਦੀ ਹੈ ਉਹਨਾਂ ਦਿਨਾਂ 'ਚ। ਅਸਲ ਦੇ ਵਿੱਚ ਨਵੀਂ ਜਨਮੀ ਬੱਚੀ ਨੂੰ ਦੁੱਧ ਦੇਣ ਦੀ ਮਾਰੀ ਉਹ ਗਊ ਜ਼ਿਆਦਾ ਦੁੱਧ ਲਾ ਲੈਂਦੀ ਆ, ਬਟ ਜਿਹੜਾ ਗਵਾਲਾ ਹੁੰਦਾ ਉਹ ਸਾਰਾ ਦੁੱਧ ਚੋ ਲੈਂਦਾ ਅਤੇ ਉਹਨੂੰ ਬਹੁਤ ਨਾ ਮਾਤਰ ਦੁੱਧ ਛੱਡਦਾ ਅਤੇ ਇਹ ਸਿਲਸਿਲਾ ਇੱਦਾਂ ਹੀ ਚੱਲਦਾ ਰਹਿੰਦਾ। ਅਤੇ ਉਹ ਭੁੱਖਣ ਭਾਣੀ ਜਿਹੜੀ ਉਹਦੀ ਵੱਛੀ ਹੁੰਦੀ ਹੈ ਬੇਟਾ ਉਹਦੀ ਮੌਤ ਹੋ ਜਾਂਦੀ ਆ ਅਤੇ ਗਵਾਲਾ ਫਿਰ ਗਊ ਤੋਂ ਨੀਲੀ ਤੋਂ ਉਹਨੇ ਦੁੱਧ ਦੀ ਹੀ ਡਿਮਾਂਡ ਕਰਦਾ। ਪਰ ਇੱਥੇ ਜਿਹੜੀ ਇਹ ਨੀਲੀ ਨੇ ਨਾਮ ਦੀ ਗਊ ਆ ਇਹਦੀਆਂ ਮਾਨਵਵਾਦੀ ਭਾਵਨਾਵਾਂ ਨੂੰ ਪੇਸ਼ ਕੀਤਾ ਗਿਆ ਕਿ ਜਿਵੇਂ ਕਿਸੇ ਮਾਂ ਦਾ ਬੱਚਾ ਤਾਜ਼ਾ ਮਰਿਆ ਹੋਵੇ, ਕਿੰਨੇ ਦਿਨ ਉਹਨੂੰ ਸੋਗ ਰਹਿੰਦਾ ਅਤੇ ਇਹਨੇ ਦੁੱਧ ਤਾਂ ਦੇਣਾ ਹੀ ਸੀ ਉਹਦੀ ਜਿਹੜੀ ਬੱਚੀ ਮਰਨ ਜਾਣ ਤੋਂ ਬਾਅਦ। ਬਟ ਜਿਹੜਾ ਗਵਾਲਾ ਉਹ ਇੱਕ ਦੋ ਦਿਨ ਇਹ ਉਹਨੂੰ ਮੂੰਹ ਨਹੀਂ ਲਾਉਂਦੀ ਹਰੇ ਚਾਰੇ ਨੂੰ, ਭੁੱਖੀ ਰੱਖਦਾ 3 ਦਿਨ। 3 ਦਿਨਾਂ ਬਾਅਦ ਗਊ ਨੂੰ ਉਹ ਫੇਰ ਲੈ ਕੇ ਆਉਂਦਾ ਮਾਲਕਾਂ ਦੇ ਘਰੇ। ਉਹਨੂੰ ਮਨ 'ਚ ਰੋਸਾ ਹੁੰਦਾ ਵੀ ਮੇਰੇ 3 ਦਿਨਾਂ ਦੁੱਧ ਦਾ ਨਾਗਾ ਪਾਤਾ ਇਹਨੇ, ਤਾਜ਼ੀ ਸੂਈ ਸੀ। ਬਟ ਉਹਦਾ ਵਿਚਾਰੀ ਦਾ ਦਿਲ ਨਹੀਂ ਸੀ ਕਰਦਾ ਹੁੰਦਾ, ਉਹਦੇ ਮਨ 'ਚ ਚਾਅ ਹੁੰਦਾ ਸੀ ਕਿ ਉਹਦਾ ਪੋਲਾ ਪੋਲਾ ਮੂੰਹ, ਉਹਦੀਆਂ ਢੁੱਡਾਂ ਮੇਰੇ ਇੱਥੇ ਵੱਜਣ ਆ ਕੇ ਥਣਾ 'ਤੇ ਅਤੇ ਫਿਰ ਮੈਂ ਦੁੱਧ ਲਾਹਾਂ। ਹੇਰਵਾ ਉਹਨੂੰ ਆਪਣੇ ਬੱਚੀ ਦੇ ਗਈ ਦਾ ਦੁੱਖ ਹੁੰਦਾ। ਅਤੇ ਜਦੋਂ ਉਹ ਬੜਾ ਉਹਨੂੰ ਹਰਾ ਚਾਰਾ ਪਾਉਂਦਾ, ਮਸਾਲੇ ਭੁੱਕਦਾ ਵੀ ਇਹ ਦੁੱਧ ਦੇ ਦੇ, ਪਰ ਉਹਦੇ ਮਨ 'ਚ ਅਫਸੋਸ ਹੁੰਦਾ ਗਊ ਦੇ ਵਿਚਾਰੀ ਦੇ। ਅਤੇ ਤੀਸਰੇ ਦਿਨ ਵੀ ਬੇਟਾ ਉਹ ਉਹਨੂੰ ਮਸਾਲਾ ਭੁੱਕਦਾ ਅਤੇ ਉਹ ਵਿਚਾਰੀ ਖਾਣ ਲੱਗ ਜਾਂਦੀ ਆ ਅਤੇ ਉਹ ਜਦੋਂ ਬੈਠਦਾ ਨੀਚੇ ਵੀ ਦੁੱਧ ਤਾਰੂਗੀ ਇਹ ਦੁੱਧ ਮੈਂ ਤਾਂ ਚੋਲਾਂ, ਅਤੇ ਉਹ ਦੁੱਧ ਨਹੀਂ ਦਿੰਦੀ ਕਿਉਂਕਿ ਉਹਦੇ ਮਨ 'ਚ ਅਫਸੋਸ ਰੋਸਾ ਕਿੰਨੇ ਉਹਦੇ ਮਨ 'ਚ ਹੁੰਦੇ ਕਿ ਮੇਰੀ ਬੱਚੀ ਇਹਨੇ ਮਾਰਤੀ, ਮੈਂ ਦੁੱਧ ਦਿੰਦੀ ਸੀ ਬਟ ਉਹਨੂੰ ਇਹ ਪਿਆਉਂਦਾ ਨਹੀਂ ਸੀ। ਅਤੇ ਆਖਰ ਨਾ ਉਹ ਵਿਚਾਰੀ 3 ਦਿਨਾਂ ਬਾਅਦ ਜਦੋਂ ਆਪਣਾ ਉਹ ਪੀਂਦੀ ਆ, ਮਤਲਬ ਖਾਣਾ ਪਾਣੀ ਉਹ ਸ਼ੁਰੂ ਕਰਦੀ ਆ ਅਤੇ ਉਹਦੇ ਮੂਹਰੋਂ ਮਤਲਬ ਟੋਕਰੀ ਚੱਕ ਕੇ ਉਹ ਤੁਰ ਪੈਂਦਾ। ਅਤੇ ਉਹ ਫਿਰ ਦਿਖਾਇਆ ਕਿ ਗਊ ਕਹਿੰਦੀ ਆ ਵੀ ਹੇ ਗਵਾਲੇ, ਹੇ ਮੇਰੇ ਮਾਲਕ, ਮੈਂ ਦੁੱਧ ਤਾਂ ਤੈਨੂੰ ਦੇਣੀ ਸੀ, ਅਜੇ 3 ਦਿਨ ਤਾਂ ਮੇਰੀ ਬੱਚੀ ਮਰੀ ਨੂੰ ਹੋਏ ਨੇ, ਤੂੰ ਮੇਰਾ ਜਿਹੜਾ ਅਫਸੋਸ ਸੀ, ਮੇਰਾ ਸੋਗ ਸੀ, ਤੂੰ ਮੈਨੂੰ ਉਹ ਵੀ ਨਹੀਂ ਕਰਨ ਦਿੱਤਾ। ਵੀ ਕਿਤੇ ਜੇ ਤੂੰ ਮੇਰੀ ਜਗ੍ਹਾ 'ਤੇ ਤੇਰਾ ਬੱਚਾ ਮਰਿਆ ਹੁੰਦਾ ਕਿਤੇ ਤੂੰ ਵੀ ਐਵੇਂ ਹੈ ਨਾ, ਵੀ ਜਿਵੇਂ ਤੂੰ ਮੇਰੇ ਨਾਲ ਕਰਦਾ ਵੀ ਜੇ ਕੋਈ ਤੇਰੇ ਨਾਲ ਕਰਦਾ। ਸੋ ਇੱਕ ਪਸ਼ੂ ਦੇ ਅੰਦਰ ਵੀ ਆਪਣੇ ਬੱਚੇ ਨੂੰ ਗਵਾਉਣ ਦਾ ਜਿਹੜਾ ਦਰਦ ਆ ਅਤੇ ਉਹਦੀ ਬੱਚੀ ਜਿਵੇਂ ਅਸੀਂ ਕਹਿੰਦੇ ਲਾਲਚ ਦੇ ਵੱਸ, ਜਿਹੜਾ ਗਵਾਲਾ ਹੁੰਦਾ ਦੁੱਧ ਵੇਚਣ ਦੇ ਲਾਲਚ ਉਹਦੀ ਜਿਹੜੀ ਵੱਛੀ ਆ ਉਹਨੂੰ ਦੁੱਧ ਨਹੀਂ ਪਿਆਉਂਦਾ ਅਤੇ ਉਹ ਮਰ ਜਾਂਦੀ ਆ। ਸੋ ਇੱਕ ਗਊ ਦਾ ਆਪਣੇ ਬੱਚੇ ਪ੍ਰਤੀ ਪਿਆਰ ਅਤੇ ਇੱਕ ਮਨੁੱਖ ਦਾ ਲਾਲਚੀਪਣ ਅਤੇ ਇੱਕ ਮਨੁੱਖ ਦਾ ਆਪ ਹੁਦਰਾਪਣ, ਸਿਰਫ ਸੈਲਫਿਸ਼ ਜਿਹੜਾ ਉਹਦਾ ਮਨ ਹੁੰਦਾ ਉਹਨੂੰ ਇਸ ਨੀਲੀ ਕਹਾਣੀ ਦੇ ਵਿੱਚ ਦੱਸਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਇਹ ਸੀ ਸਰਲ ਸ਼ਬਦਾਂ ਦੇ ਵਿੱਚ। ਆਓ ਇਹਨੂੰ ਅਸੀਂ ਸ਼ਾਬਦਿਕ ਅਰਥਾਂ ਦੇ ਵਿੱਚ ਸਮਝਦੇ ਇਸ ਕਹਾਣੀ ਦੇ ਸਾਰ ਨੂੰ। ਨੀਲੀ ਕਹਾਣੀ ਵਿੱਚ ਕਰਤਾਰ ਸਿੰਘ ਦੁੱਗਲ ਨੇ ਨੀਲੀ ਨਾਮਕ ਗਾਂ ਦੀ ਮਨੋਸੰਵੇਦਨਾ ਨੂੰ ਬਹੁਤ ਹੀ ਕਰੁਣਾਮਈ ਢੰਗ ਨਾਲ ਪੇਸ਼ ਕੀਤਾ ਹੈ। ਹੁਣ ਮਨੋਸੰਵੇਦਨਾ ਬੇਟਾ ਵੀ ਉਹ ਗਊ ਦੇ ਮਨ ਦੀ ਭਾਵਨਾ, ਉੱਪਰਲੇ ਸਰਲ ਸ਼ਬਦਾਂ 'ਚ ਉਮੀਦ ਕਰਦੇ ਹਾਂ ਤੁਸੀਂ ਸਮਝੇ ਹੋਵੋਗੇ। ਬਟ ਆਓ ਇਹਨੂੰ ਨੀਚੇ ਹੁਣ ਪੜ੍ਹਦੇ ਹਾਂ ਅਗਲੀ ਲਾਈਨਾਂ।
ਗਵਾਲੇ ਲਈ ਨੀਲੀ ਸਿਰਫ ਇੱਕ ਦੁੱਧ ਦਾ ਸਾਧਨ ਹੈ ਜਿਸ ਤੋਂ ਉਹ ਪੈਸੇ ਕਮਾਉਂਦਾ ਹੈ। ਇਸ ਕਹਾਣੀ ਦੇ ਮੁੱਖ ਪਾਤਰ ਨੀਲੀ ਕਿਹੜੇ ਕਿਹੜੇ ਨੇ? ਮੁੱਖ ਪਾਤਰ ਨੀਲੀ ਮਤਲਬ ਉਹ ਗਊ, ਗਵਾਲਾ ਉਹਦਾ ਮਾਲਕ ਗਊ ਦਾ, ਕਹਾਣੀਕਾਰ ਤੇ ਕਹਾਣੀਕਾਰ ਦੀ ਪਤਨੀ। ਇਸ ਕਹਾਣੀ ਵਿੱਚ ਗਵਾਲੇ ਨੇ ਬਹੁਤ ਸੋਹਣੀ ਮਲੂਕੜੀ ਤੇ ਸਰਮਾਕਲ ਗਾਂ ਰੱਖੀ ਹੋਈ ਹੈ ਜਿਸ ਦਾ ਨਾਮ ਨੀਲੀ ਹੈ ਤੇ ਉਸ ਦਾ ਰੰਗ ਚਿੱਟਾ ਹੈ। ਅੱਗੇ ਕਹਾਣੀਕਾਰ ਦੇ ਘਰ ਗਵਾਲਾ ਨੀਲੀ ਨੂੰ ਲਿਆ ਕੇ ਉਸਦੇ ਸਾਹਮਣੇ ਚਾਰਾ ਪਾ ਕੇ ਦੁੱਧ ਚੋ ਕੇ ਦਿੰਦਾ ਹੈ। ਕਹਾਣੀਕਾਰ ਦੀ ਪਤਨੀ ਨੀਲੀ ਨੂੰ ਇਸ ਕਰਕੇ ਪਸੰਦ ਕਰਦੀ ਹੈ ਕਿਉਂਕਿ ਉਹ ਸੋਚਦੀ ਹੈ ਕਿ ਸੋਹਣੀ ਤੇ ਸਿਹਤਮੰਦ ਗਾਂ ਦਾ ਦੁੱਧ ਸਿਹਤ ਲਈ ਵਧੀਆ ਹੁੰਦਾ ਹੈ। ਉਹ ਨੀਲੀ ਨੂੰ ਪਿਆਰ ਕਰਦੇ ਹਨ। ਕੌਣ? ਉਹ ਗਵਾਲਾ ਵੀ ਤੇ ਉਹਦੀ ਪਤੀ ਪਤਨੀ ਵੀ। ਨੀਲੀ ਬਹੁਤ ਸੋਹਣੀ ਵੱਛੀ ਨੂੰ ਜਨਮ ਦਿੰਦੀ ਹੈ। ਕਹਾਣੀਕਾਰ ਦੀ ਪਤਨੀ ਗਵਾਲੇ ਨੂੰ ਵੱਛੀ ਲਈ ਦੁੱਧ ਛੱਡਣ ਲਈ ਕਹਿੰਦੀ ਹੈ ਕਿ ਭਾਈ ਗਵਾਲੇ ਇਹਦੇ ਲਈ ਵੀ ਦੁੱਧ ਛੱਡ ਦਿਆ ਕਰ, ਜਿਹੜਾ ਦਾ ਬੱਚਾ ਤੂੰ ਸਾਰੀ ਚੋ ਕੇ ਸਾਨੂੰ ਵੇਚ ਜਾਣਾ। ਗਵਾਲਾ ਲਾਲਚ ਕਰਕੇ ਵੱਛੀ ਨੂੰ ਦੁੱਧ ਨਹੀਂ ਛੱਡਦਾ, ਵੱਛੀ ਮਰ ਜਾਂਦੀ ਹੈ। ਨੀਲੀ ਵੱਛੀ ਦੇ ਵਿਯੋਗ ਵਿੱਚ ਕੁਝ ਨਹੀਂ ਖਾਂਦੀ। ਕਹਾਣੀਕਾਰ ਦੇ ਘਰ ਦੁੱਧ ਦਾ ਨਾਂਗਾ ਪੈ ਜਾਂਦਾ ਹੈ ਜੋ ਕਿ ਉਸ ਦੀ ਪਤਨੀ ਨੂੰ ਚੰਗਾ ਨਹੀਂ ਲੱਗਦਾ। ਅਗਲੇ ਦਿਨ ਗਵਾਲਾ ਚਾਰੇ ਦੀ ਟੋਕਰੀ ਤੇ ਨੀਲੀ ਨੂੰ ਲੈ ਕੇ ਕਹਾਣੀਕਾਰ ਦੀ ਕੋਠੀ ਅੱਗੇ ਆ ਜਾਂਦਾ ਹੈ। ਨੀਲੀ ਜੋ ਕਿ ਪਹਿਲਾਂ ਗੇਟ ਧੱਕੇ ਨਾਲ ਖੋਲ੍ਹ ਦਿੰਦੀ ਸੀ ਉਦਾਸ ਹੁੰਦੀ ਹੈ, ਉਹਦਾ ਚਿਹਰਾ ਉਤਰਿਆ ਹੁੰਦਾ ਹੈ। ਗਵਾਲਾ ਚਾਰੇ ਦੀ ਟੋਕਰੀ ਉਸ ਅੱਗੇ ਰੱਖਦਾ ਹੈ ਪਰ ਉਹ ਟੋਕਰੀ ਵੱਲ ਨਹੀਂ ਆਉਂਦੀ। ਗਵਾਲਾ ਉਸ ਨੂੰ ਪੁਚਕਾਰਦਾ ਹੈ, ਮਤਲਬ ਉਹਨੂੰ ਦਿਲਾਸਦਾ ਕਿ ਕੱਖ ਖਾ ਲੂਗੀ ਫਿਰ ਦੁੱਧ ਲਾਹੂਗੀ, ਮੈਂ ਚੋ ਕੇ ਇਹਨਾਂ ਨੂੰ ਦੇ ਜੂੰਗਾ। ਉਹ ਪਹਿਲੀ 2-3 ਦਿਨਾਂ ਤੋਂ ਵਿਚਾਰੀ ਭੁੱਖੀ ਹੁੰਦੀ ਹੈ। ਉਹ ਅੱਗੇ ਤਾਂ ਆ ਜਾਂਦੀ ਹੈ ਪਰ ਚਾਰੇ ਨੂੰ ਮੂੰਹ ਨਹੀਂ ਲਾਉਂਦੀ। ਉਹ ਅੱਗੇ ਤਾਂ ਆ ਜਾਂਦੀ ਹੈ ਪਰ ਚਾਰਾ ਨਹੀਂ ਖਾਂਦੀ ਕਿਉਂਕਿ ਉਸ ਦੇ ਲੰਘਦਾ ਨਹੀਂ, ਕਿਉਂਕਿ ਹੁਣੀ ਤਾਂ ਤਾਜ਼ੀ ਉਹਦੀ ਜਿਹੜੀ ਵੱਛੀ ਮਰ ਕੇ ਹਟੀ ਆ। ਗਵਾਲਾ ਟੋਕਰੀ ਚੁੱਕ ਕੇ ਤੁਰ ਪੈਂਦਾ ਹੈ ਤੇ ਪਿੱਛੇ ਨੀਲੀ ਵੀ। ਹੁਣ ਜਦੋਂ ਦੇਖਦਾ ਕਿ ਦੁੱਧ ਨਹੀਂ ਦਿੰਦੀ, ਉਹ ਟੋਕਰੀ ਚੁੱਕ ਲੈਂਦਾ ਉਹਦੇ ਮੂਹਰੋਂ। ਮਤਲਬ ਉਹਨੂੰ ਵਿਚਾਰੀ ਇੱਕ ਤਾਂ ਉਹ ਦੁੱਖ ਦੀ ਮਾਰੀ ਆ, ਉਹ ਸਮਝਦਾ ਨਹੀਂ ਉਹਦੀ ਭਾਵਨਾ ਨੂੰ, ਟੋਕਰੀ ਚੱਕ ਲੈਂਦਾ ਵੀ ਨਹੀਂ ਖਾਂਦੀ ਨਾ ਖਾ, ਵੀ ਇਹ ਕਿਹੜਾ ਦੁੱਧ ਦਿੰਦੀ ਆ। ਉਹਨੂੰ ਸਿਰਫ ਮਤਲਬ ਦੁੱਧ ਤੋਂ ਆ। ਗਵਾਲਾ ਜਿਹੜਾ ਇੱਕ ਸੈਲਫਿਸ਼ ਇਨਸਾਨ ਦਿਖਾਇਆ ਗਿਆ, ਲਾਲਚੀ ਮਨੁੱਖ ਦਿਖਾਇਆ ਗਿਆ ਕਿ ਜਿਹੜੇ ਪਸ਼ੂ ਨੇ ਬੇਟਾ ਉਹਨਾਂ ਦੀਆਂ ਵੀ ਭਾਵਨਾਵਾਂ ਹੁੰਦੀਆਂ ਨੇ। ਤੇ ਅੱਗੇ ਆਪਾਂ ਪੜ੍ਹਦੇ ਹਾਂ ਕਿ ਅਗਲੇ ਦਿਨ ਫਿਰ ਗਵਾਲਾ ਨੀਲੀ ਨੂੰ ਲੈ ਕੇ ਆਉਂਦਾ ਹੈ। ਨੀਲੀ ਅੱਗੇ ਵੱਧ ਕੇ ਟੋਕਰੀ ਨੂੰ ਮੂੰਹ ਮਾਰਨ ਲੱਗਦੀ ਹੈ। ਹੁਣ ਉਹ ਵਿਚਾਰੀ ਭੁੱਖੀ ਹੁੰਦੀ ਹੈ 3 ਦਿਨਾਂ ਤੋਂ। ਤੀਸਰੇ ਦਿਨ ਦੀ ਇਹ ਕਹਾਣੀ ਆ ਕਿ 2 ਦਿਨ ਇੱਦਾਂ ਹੀ ਚੱਲਦਾ ਰਹਿੰਦਾ। ਉਹ ਹਰ ਰੋਜ਼ ਆਉਂਦਾ, ਹਰਾ ਚਾਰਾ ਪਾਉਂਦਾ, ਮਸਾਲੇ ਵੀ ਭੁੱਕਦਾ ਪਰ ਉਹ ਖਾਂਦੀ ਨਹੀਂ। ਉਹਦੇ ਮਨ 'ਚ ਅਫਸੋਸ ਹੁੰਦਾ ਕਿ ਕਾਸ਼ ਮੇਰੀ ਵੱਛੀ ਆਉਂਦੀ, ਉਹ ਮੇਰੇ ਥਾਣਾ ਨੂੰ ਮੂੰਹ ਲਾਉਂਦੀ, ਮੈਂ ਉਹਦੇ ਲਈ ਦੁੱਧ ਮੈਂ ਲਾਉਂਦੀ, ਫਿਰ ਇਹ ਚੋਂਦਾ ਜਾਂ ਮੇਰੀ ਵੱਛੀ ਪੀਂਦੀ। ਉਹਦੇ ਮਨ ਦੇ ਸੰਵੇਦਨਾ ਇਹ ਵਿਅਕਤ ਕਰਦੀ ਹੈ। ਉਹ ਵਿਚਾਰੀ ਖੜੀ ਇਹ ਸੋਚਦੀ ਹੈ ਕਿ ਮੇਰੀ ਵੱਛੀ ਤਾਂ ਇਹਨੇ ਮਾਰਤੀ, ਹੁਣ ਇਹ ਲਾਲਚੀ ਬੰਦਾ ਮੇਰੇ ਤੋਂ ਦੁੱਧ ਭਾਲਦਾ। ਉਹ ਅਫਸੋਸ ਕਰਦੀ ਹੈ। ਹੁਣ 3 ਦਿਨਾਂ ਤੋਂ ਗਊ ਭੁੱਖੀ ਵੀ ਹੈ, ਬੇਟਾ ਦੁੱਧ ਕਿੱਥੋਂ ਦੇਵੇ। ਅੱਗੇ ਗਵਾਲਾ ਟੋਕਰੀ ਚੁੱਕ ਕੇ ਤੁਰ ਪੈਂਦਾ ਹੈ ਤੇ ਪਿੱਛੇ ਨੀਲੀ ਵੀ। ਹੁਣ ਉਹ ਫੇਰ ਉੱਦਾਂ ਹੀ ਹੁੰਦਾ, ਉਵੇਂ ਹੀ ਉਹ ਉਹਨੂੰ ਪੁਚਕਾਰਦਾ ਬਥੇਰਾ, ਉਹਦੇ 'ਚ ਮਸਾਲੇ ਪਾਉਂਦਾ ਵੀ ਇਹ ਖਾ ਕੇ ਦੁੱਧ ਲਾਊਗੀ। ਅਤੇ ਜਦੋਂ ਉਹਨੂੰ ਉਹਦੇ ਸਿਰ ਦੇ ਉੱਪਰ ਪਿੰਡੇ 'ਤੇ ਹੱਥ ਮਾਰ ਕੇ ਬੈਠਦਾ, ਉਹਨੂੰ ਹੁੰਦਾ ਹੁਣ ਦੁੱਧ ਲਾਇਆ, ਹੁਣ ਲਾਇਆ, ਲਾਉਂਦੀ ਨਹੀਂ। ਅਤੇ ਉਹ ਟੋਕਰੀ ਚੁੱਕ ਕੇ ਤੁਰ ਪੈਂਦਾ ਅਤੇ ਪਿੱਛੇ ਵਿਚਾਰੀ ਗਊ ਵੀ ਚਲੀ ਜਾਂਦੀ ਆ। ਇਹ ਦੂਸਰੇ ਦਿਨ ਦੀ ਕਹਾਣੀ ਸੀ। ਅੱਗੇ ਅਗਲੇ ਦਿਨ ਫਿਰ ਗਵਾਲਾ ਨੀਲੀ ਨੂੰ ਲੈ ਕੇ ਆਉਂਦਾ ਹੈ। ਨੀਲੀ ਅੱਗੇ ਵੱਧ ਕੇ ਟੋਕਰੀ ਨੂੰ ਮੂੰਹ ਮਾਰਨ ਲੱਗਦੀ ਹੈ। ਗਵਾਲਾ ਜਦੋਂ ਗਾਗਰ ਫੜ ਕੇ ਦੁੱਧ ਚੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨੀਲੀ ਪਰੇ ਹਟ ਜਾਂਦੀ ਹੈ। ਹੁਣ ਉਹ ਵਿਚਾਰੀ 3 ਦਿਨਾਂ ਤੋਂ ਭੁੱਖੀ, ਹੁਣ ਜਿਹੜਾ ਘਾਹ ਤਾਂ ਖਾਣ ਲੱਗਦੀ ਆ। ਅਤੇ ਹੁਣ ਜਿਹੜਾ ਗਵਾਲਾ ਉਹ ਧਾਰ ਕੇ ਇਹਦੇ ਵਿੱਚ ਕੱਢਦਾ, ਗਾਗਰ ਦੇ ਵਿੱਚ, ਬਾਲਟੀ 'ਚ ਨਹੀਂ ਕੱਢਦਾ, ਗਾਗਰ ਦੇ ਵਿੱਚ। ਇਹ ਧਿਆਨ ਦੇਣ ਵਾਲੀ ਗੱਲ ਆ। ਅਤੇ ਅੱਗੇ ਫਿਰ ਜਦੋਂ ਉਹ ਧਾਰ ਚੋਣ ਲੱਗਦਾ ਤਾਂ ਨੀਲੀ ਪਿੱਛੇ ਹਟ ਜਾਂਦੀ ਹੈ। 3 ਦਿਨਾਂ ਦੀ ਭੁੱਖੀ ਹੋਣ ਕਰਕੇ ਉਹ ਮਸਾਲਾ ਖਾਈ ਜਾਂਦੀ ਹੈ। ਮਤਲਬ ਜੋ ਉਹਦੇ ਅੱਗੇ ਕੱਖਾਂ ਦੇ ਉੱਪਰ ਮਸਾਲਾ ਪਾਇਆ ਅਤੇ ਉਹਨੇ ਭੁੱਖੀ ਸੀ ਵਿਚਾਰੀ 3 ਦਿਨਾਂ ਦੀ, ਉਹ ਮੂੰਹ ਮਾਰ ਲਾਈ ਜਾਂਦੀ ਹੈ, ਖਾਈ ਜਾਂਦੀ ਹੈ। ਹੁਣ ਜਿਹੜਾ ਇਹ ਗਵਾਲਾ ਉਹ ਥੱਲੇ ਬੈਠਾ ਸੋਚਦਾ ਕਿ ਇਹਨੇ ਦੁੱਧ ਤਾਂ ਲਾਹਿਆ ਨਹੀਂ, ਮੈਂ ਦੁੱਧ ਚੋਣ ਲੱਗਿਆ, ਇਹ ਪਿੱਛੇ ਹਟ ਗਈ ਅਤੇ ਆਹ ਖਾਈ ਜਾਂਦੀ ਹੈ। ਹੁਣ ਉਸ ਚੀਜ਼ ਦਾ ਉਹਦੇ ਮਨ 'ਚ ਗੁੱਸਾ ਆਉਂਦਾ ਗਵਾਲੇ ਦੇ। ਪਰ ਦੁੱਧ ਚੋਣ ਵੇਲੇ ਲੱਤ ਮਾਰ ਕੇ ਪਾਸੇ ਹੋ ਜਾਂਦੀ ਹੈ। ਗਵਾਲਾ ਫਿਰ ਪੁਚਕਾਰਦਾ ਹੈ ਪਰ ਜਦੋਂ ਦੁੱਧ ਚੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਗਊ ਫਿਰ ਪਿੱਛੇ ਹਟ ਜਾਂਦੀ ਹੈ। ਫਿਰ ਉਹ ਲੋਹਾ ਲਾਖਾ ਹੋ ਜਾਂਦਾ, ਪੂਰੇ ਗੁੱਸੇ ਨਾਲ ਭਰ ਜਾਂਦਾ ਕਿ
ਮੈਂ ਇਹਨੂੰ ਹਰਾ ਚਾਰਾ ਵੀ ਪਾਉਣਾ ਤੇ ਦੁੱਧ ਨਹੀਂ ਦੇ ਰਹੀ, 3 ਦਿਨ ਹੋ ਗਏ, ਮਤਲਬ ਉਹਨੂੰ ਇਹ ਕਿ ਤਾਜ਼ੀ ਸੂਈ ਹੋਈ ਆ, ਇਹ ਡੰਗ ਮਾਰ ਜਾਂਦੀ ਹੈ, 3 ਡੰਗ ਕਿਵੇਂ ਮਾਰ ਗਈ। ਸੋ ਬੇਟਾ ਇੱਥੇ ਸਮਝਣ ਵਾਲੀ ਗੱਲ ਆ ਕਿ ਪਸ਼ੂਆਂ ਦੀਆਂ ਵੀ ਭਾਵਨਾਵਾਂ ਹੁੰਦੀਆਂ ਨੇ। ਹੁਣ ਦੁੱਧ ਤਾਂ ਉਹਨੇ ਦੇਣਾ ਹੀ ਆ ਜਦੋਂ ਨਵੇਂ ਸੂਏ ਸੂਈ ਆ ਉਹ, ਬਟ ਉਹ ਇਹ ਦੇਖਦੀ ਹੈ ਕਿ ਗਵਾਲਾ ਉਹਦੇ ਕਿੰਨੇ ਕਹਿਰ ਢਾਉਂਦਾ। ਵੀ ਜੇ ਗਵਾਲਾ ਉਹਦੀ ਗਊ ਦੀ ਬੱਚੀ ਨੂੰ ਜਿਉਂਦੀ ਰੱਖਦਾ ਤਾਂ ਉਹ ਗਵਾਲੇ ਨੂੰ ਰੱਜਮਾ ਦੁੱਧ ਦੇ ਰਹੀ ਸੀ, ਫਿਰ ਕੀ ਗੱਲ ਸੀ ਇਹ 1 ਲੀਟਰ 2 ਲੀਟਰ ਉਹਨੂੰ ਪਿਆ ਦਿਆ ਕਰਦਾ। ਇਹ ਭਾਵਨਾਵਾਂ ਸਮਝਾਉਣ ਦੀ ਕੋਸ਼ਿਸ਼ ਆ ਬੇਟਾ। ਇਹ ਚੈਪਟਰ ਆ ਜਿਹੜਾ ਨੀਲੀ ਕਹਾਣੀ ਆ, ਇਹ ਮਨੁੱਖ ਅਤੇ ਪਸ਼ੂ ਦੀਆਂ ਜਿਹੜੀਆਂ ਭਾਵਨਾਵਾਂ ਨੇ, ਅਸੀਂ ਕਿਵੇਂ ਪਸ਼ੂ ਨੂੰ ਸਮਝਦੇ ਹੀ ਨਹੀਂ ਕੁਛ। ਹੁਣ ਤੁਸੀਂ ਘਰ 'ਚ ਗਊ ਰੱਖੀ ਹੋਵੇ ਜਾਂ ਮੱਝ ਰੱਖੀ ਹੋਵੇ, ਤੁਸੀਂ ਉਹਦਾ ਨਾਮ ਰੱਖ ਲਓ, ਉਹਦਾ ਨਾਮ ਲਓਗੇ ਉਹ ਬੋਲੂਗੀ ਅਤੇ ਉਹਨੂੰ ਖੁਸ਼ੀ ਹੋਵੇ, ਜਾਂ ਤੁਸੀਂ ਗਏ ਹੋਵੋ ਉਹ ਅੜਿੰਗਦੀ ਆ, ਬੜਾ ਰਿੰਗਦੀ ਆ, ਜਿਵੇਂ ਪੰਜਾਬੀ 'ਚ ਅਸੀਂ ਕਹਿੰਦੇ ਹਾਂ। ਜੇ ਤੁਸੀਂ ਕਿਤੇ ਚਲੇ ਜਾਵੋ ਉੱਧਰਦੀ ਆ ਉਹ, ਜੇ ਤੁਸੀਂ ਆ ਜਾਓ ਖੁਸ਼ੀ ਹੁੰਦੀ ਆ ਪਸ਼ੂਆਂ 'ਚ। ਪਰ ਇਹ ਉਹ ਲੋਕ ਸਮਝਦੇ ਨੇ ਜਿਹੜੇ ਪਸ਼ੂਆਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਦੇ ਨੇ। ਜਿਹੜਾ ਇੱਥੇ ਗਵਾਲਾ ਸਿਰਫ ਗਊ ਨੂੰ ਦੁੱਧ ਦੇਣ ਵਾਲੀ ਇੱਕ ਮਸ਼ੀਨ ਸਮਝਦਾ, ਉਹਦੀਆਂ ਭਾਵਨਾਵਾਂ ਨਹੀਂ ਸਮਝਦਾ। ਅਗਲੇ ਗਵਾਲੇ ਨੂੰ ਬਹੁਤ ਗੁੱਸਾ ਆਉਂਦਾ ਹੈ ਅਤੇ ਉਹ ਨੀਲੀ ਮੂਹਰਿਓਂ ਟੋਕਰੀ ਚੁੱਕ ਕੇ ਤੁਰ ਪੈਂਦਾ ਹੈ ਅਤੇ ਨੀਲੀ ਅੜਿੰਗਦੀ ਹੈ, ਮਤਲਬ ਨੀਲੀ ਆਵਾਜ਼ ਮਾਰਦੀ ਹੈ ਕਿ ਮੈਂ ਭੁੱਖੀ ਹਾਂ, ਮੈਨੂੰ ਆਹ ਚਾਰਾ ਤਾਂ ਪਾ, ਮੈਂ ਫੇਰ ਦੁੱਧ ਦਊਂ। ਲੱਗਦਾ ਜਿਵੇਂ ਉਹ ਗਵਾਲੇ ਨੂੰ ਕਹਿ ਰਹੀ ਹੋਵੇ ਕਿ ਅਜੇ ਉਸ ਦੀ ਵੱਛੀ ਮਰੀ ਨੂੰ 2 ਦਿਨ ਹੋਏ ਹਨ, ਜਿਸ ਨੂੰ ਉਹ ਭੁਲਾ ਨਹੀਂ ਸਕੀ। ਵੱਛੀ ਦੁਆਰਾ ਉਸਦੇ ਥਣਾਂ ਨੂੰ ਮੂੰਹ ਲਾਉਣ ਕਾਰਨ ਦੁੱਧ ਸੀ ਉਤਰ ਆਉਂਦਾ ਸੀ। ਕੁਝ ਦਿਨਾਂ ਤੱਕ ਉਹ ਭੁੱਲ ਜਾਵੇਗੀ। ਹੁਣ ਸੋਚਦੀ ਆ, ਉਹਨੂੰ ਕਹਿੰਦੀ ਆ ਵੀ ਜਦੋਂ ਮੇਰੇ ਥਣਾਂ ਨੂੰ ਮੇਰੀ ਵੱਛੀ ਮੂੰਹ ਲਾਉਂਦੀ ਸੀ, ਮੇਰਾ ਦੁੱਧ ਉੱਤਰ ਆਉਂਦਾ ਸੀ। ਕਹਿੰਦੀ ਗਵਾਲਿਆ ਮੈਂ ਕੁਝ ਦਿਨਾਂ ਤੱਕ ਭੁੱਲ ਜਾਣਾ ਸੀ ਮੇਰੀ ਵੀ ਜਿਹੜੀ ਵੱਛੀ ਸੀ। ਵੱਛੀ ਦੁਆਰਾ ਉਸਦੇ ਥਣਾਂ ਨੂੰ ਮੂੰਹ ਲਾਉਣ ਕਾਰਨ ਦੁੱਧ ਉੱਤਰ ਆਉਂਦਾ ਸੀ। ਕੁਝ ਦਿਨ ਤੱਕ ਉਹ ਭੁੱਲ ਜਾਵੇਗੀ ਅਤੇ ਦੁੱਧ ਵੀ ਦੇਵੇਗੀ। ਹੁਣ ਉਸ ਨੂੰ ਭੁੱਖੀ ਨਾ ਮਾਰੇ। ਉਹ ਹੁਣ ਐਂ ਕਹਿ ਰਹੀ ਸੀ ਅੜਿੰਗ ਕੇ ਵੀ ਹੁਣ ਤਾਂ ਮੈਨੂੰ ਆਹ ਤਾਂ ਹਰਾ ਚਾਰਾ ਤਾਂ ਪਾ ਦੇ, 3 ਦਿਨਾਂ ਦੀ ਭੁੱਖੀ ਮਰ ਰਹੀ ਹਾਂ ਮੈਂ। ਨੀਲੀ ਦੇਖਦੀ ਹੈ ਪਰ ਗਵਾਲਾ ਨਹੀਂ ਮੁੜਦਾ। ਗਵਾਲਾ ਗੁੱਸੇ 'ਚ ਟੋਕਰੀ ਚੱਕ ਕੇ ਫੇਰ ਉਹਦੇ ਮਤਲਬ ਉੱਥੋਂ ਵਾਪਸ ਚਲਿਆ ਜਾਂਦਾ ਅਤੇ ਵਿਚਾਰੀ ਗਊ ਉਹਦੇ ਮਗਰ ਚਲੀ ਜਾਂਦੀ ਆ। ਹੁਣ ਜਿਹੜੀ ਕਹਾਣੀ ਆ, ਕਹਾਣੀ ਮਾਂ ਦੀ ਮਮਤਾ ਨੂੰ ਦਰਸਾਉਂਦੀ ਹੈ। ਹੁਣ ਇੱਥੇ ਬੇਟਾ ਇੰਨਾ ਹੀ ਕੀ ਕਹਾਣੀ ਦਾ ਉਹ ਸੀਗਾ ਐਂਡ। ਇੱਥੇ ਐਨਾਲਾਈਜ਼ ਕੀ ਹੁੰਦਾ ਹੈ ਕਿ ਕਹਾਣੀ ਮਾਂ ਦੀ ਮਮਤਾ ਨੂੰ ਦਰਸਾਉਂਦੀ ਹੈ ਕਿ ਮਾਂ ਦਾ ਦੁੱਧ ਬੱਚੇ ਦੀ ਖਾਤਰ ਹੁੰਦਾ ਹੈ, ਪਰ ਅਸੀਂ ਸਵਾਰਥ ਲਈ ਬੇਜੁਬਾਨਾਂ ਅਤੇ ਜ਼ੁਲਮ ਕਰਦੇ ਹਾਂ। ਨੀਲੀ ਨੂੰ ਵਧੀਆ ਚਾਰਾ ਦੁੱਧ ਦੇਣ ਲਈ ਮਿਲਦਾ ਹੈ। ਕਹਾਣੀ ਮਾਂ ਦੀ ਮਮਤਾ ਵਲੂੰਦਰੇ ਜਾਣ ਦੇ ਦਰਦ ਨੂੰ ਬਿਆਨ ਕਰਦੀ ਹੈ। ਦੁੱਖ ਤਾਂ ਕੀ ਮਹਿਸੂਸਣਾ ਸੀ, ਮਤਲਬ ਉਹਦਾ ਦੁੱਖ ਤਾਂ ਕੀ ਮਹਿਸੂਸ ਕਰਨਾ ਸੀ ਗਵਾਲੇ ਨੇ। ਉਸ ਵਿਚਾਰੀ ਨੂੰ ਭੁੱਖੀ ਰੱਖਿਆ ਜਾਂਦਾ ਹੈ। ਸਾਨੂੰ ਪਸ਼ੂਆਂ ਪ੍ਰਤੀ ਮਾਨਵਵਾਦੀ ਰਵੱਈਆ ਅਪਣਾਉਣਾ ਚਾਹੀਦਾ ਹੈ। ਇਹ ਕਹਾਣੀ ਇਹ ਸਿੱਖਿਆ ਦਿੰਦੀ ਆ। ਜਿਵੇਂ ਬੇਟਾ ਨਾ ਜਿਹੜੇ ਬਹੁਤ ਸਾਰੇ ਮੱਝਾਂ ਨੇ, ਗਊਆਂ ਨੇ ਜਿਹੜੀਆਂ ਜੰਗਲ 'ਚ ਰਹਿੰਦੀਆਂ ਨੇ, ਉਹਨਾਂ ਦੇ ਬੱਚੇ ਨੇ ਜਦੋਂ ਉਹ ਬੱਚੇ ਜਨਮ ਲੈਂਦੇ ਨੇ ਬੇਟਾ, ਉਹ ਸਾਰਾ ਦੁੱਧ ਉਹੀ ਪੀਂਦੇ ਨੇ। ਪਰ ਅਸੀਂ ਕੀ ਕਰਦੇ ਹਾਂ, ਜਿਹੜੇ ਅਸੀਂ ਆਪਣੇ ਘਰਾਂ 'ਚ ਮੱਝਾਂ ਗਾਵਾਂ ਰੱਖੀਆਂ ਹੋਈਆਂ ਨੇ, ਅਸਲ 'ਚ ਜਦੋਂ ਉਹ ਜਨਮ ਲੈਂਦਾ ਉਹਦਾ ਬੱਚਾ, ਅਸੀਂ ਉਹਨੂੰ ਥੋੜ੍ਹਾ ਜਿਹਾ ਮੂੰਹ ਲਵਾ ਕੇ ਕਿਲੋ ਕੁ ਦੁੱਧ ਪਿਆ ਕੇ ਬਾਕੀ 2-4 ਕਿਲੋ 5 ਕਿਲੋ ਦੁੱਧ ਅਸੀਂ ਆਪ ਚੋ ਕੇ ਡੇਅਰੀ 'ਚ ਪਾਏ ਹੁੰਦੇ ਹਾਂ। ਜਦ ਕਿ ਬੇਟਾ ਸਾਨੂੰ ਚਾਹੀਦਾ ਜਦੋਂ ਤੱਕ ਉਹਦਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਨਾ ਹੋ ਜਾਵੇ, ਉਹਦੇ ਬੱਚੇ ਨੂੰ ਬਹੁਤ ਸਾਰਾ ਦੁੱਧ ਪਿਆਉਣਾ ਚਾਹੀਦਾ। ਸੋ ਮਾਂ ਦਾ ਦੁੱਧ ਪੀ ਕੇ ਹੀ ਬੱਚਾ ਸਿਹਤਮੰਦ ਅਤੇ ਤੰਦਰੁਸਤ ਰਹਿੰਦਾ। ਜੇ ਸਾਡੀ ਮੱਝ ਨੇ ਕੱਟਾ ਦਿੱਤਾ ਹੋਵੇ ਤਾਂ ਅਸੀਂ ਉਹਨੂੰ ਪਾਈਆ ਦੁੱਧ ਵੀ ਨਹੀਂ ਪਿਆਉਂਦੇ। ਕਹਿਣਗੇ ਚਲ ਛੱਡ ਪਰਾਂ, ਕੱਟੀ ਤਾਂ ਮਹਿੰਗੀ ਵਿਕੂਗੀ, ਕੱਟਾ ਤਾਂ ਸਾਨੂੰ ਕੱਟੇ ਵਾਲਿਆਂ ਨੂੰ ਦੇਣਾ ਪਊ, ਵੱਢਣ ਵਾਲਿਆਂ ਨੂੰ ਦੇਣਾ ਪਊ। ਉਹਨੂੰ ਅਸੀਂ ਦੁੱਧ ਪਾਣੀ ਪਿਆਉਂਦੇ ਹੀ ਨਹੀਂ ਵਿਚਾਰੇ ਨੂੰ, ਉਹ ਐਂ ਮਾਰ ਦਿੰਦੇ ਹਾਂ। ਸੋ ਇੱਥੇ ਬੇਟਾ ਸਾਨੂੰ ਇਸ ਨੀਲੀ ਕਹਾਣੀ ਤੋਂ ਇੱਕ ਇੱਦਾਂ ਦੀ, ਜਿਵੇਂ ਮੱਝ ਆ, ਕੋਈ ਮੱਝ ਦੇ ਬੱਚੇ ਬਾਰੇ ਵੀ ਸਾਨੂੰ ਸੋਚਣਾ ਚਾਹੀਦਾ। ਨੀਲੀ ਕਹਾਣੀ ਦੇ ਅਨੁਸਾਰ ਗਊ ਅਤੇ ਗਊ ਦੀ ਵੱਛੀ ਬਾਰੇ ਵੀ ਸਾਨੂੰ ਸੋਚਣਾ ਚਾਹੀਦਾ, ਗਊ ਦੇ ਬੱਚਿਆਂ ਬਾਰੇ ਵੀ ਸੋਚਣਾ ਚਾਹੀਦਾ। ਬਹੁਤ ਸਾਰੇ ਲੋਕ ਆਪਣੇ ਘਰ 'ਚ ਗਊ ਰੱਖਦੇ ਨੇ, ਦੁੱਧ ਜਦੋਂ ਤੱਕ ਦਿੰਦੀ ਆ ਦੁੱਧ ਪੀਂਦੇ ਨੇ, ਬਾਅਦ 'ਚ ਉਹਦਾ ਸੰਗਲ ਲਾ ਦਿੰਦੇ ਨੇ, ਉਹ ਵਿਚਾਰੀਆਂ ਡਾਂਗਾਂ ਖਾਂਦੀਆਂ ਫਿਰਦੀਆਂ ਨੇ ਬਾਹਰ। ਸੋ ਬੇਟਾ ਸਾਨੂੰ ਇਹ ਚੀਜ਼ ਸਾਡੇ ਅੰਦਰ ਪੈਦਾ ਕਰਨ ਵਾਸਤੇ ਇਹ ਜਿਹੜਾ ਚੈਪਟਰ ਆ ਤੁਹਾਨੂੰ ਤੁਹਾਡੀ ਪਾਠ ਪੁਸਤਕ ਵਿੱਚ ਲਗਾਇਆ ਗਿਆ। ਆਓ ਇਸ ਪਾਠ ਪੁਸਤਕ ਦੇ ਵਿੱਚ ਜਿਹੜੀ ਕਹਾਣੀ ਆ ਉਹਦੇ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰ ਨੇ ਉਹਨਾਂ ਨੂੰ ਵੀ ਇਸੇ ਵੀਡੀਓ ਦੇ ਨਾਲੋਂ ਨਾਲ ਕਰਦੇ ਹਾਂ। ਨੀਲੀ ਕਹਾਣੀ, ਲੇਖਕ ਕਰਤਾਰ ਸਿੰਘ ਦੁੱਗਲ। ਨੀਲੀ ਦਾ ਰੰਗ ਕਿਹੋ ਜਿਹਾ ਸੀ? ਹੁਣ ਇੱਥੇ ਗੋਰਾ ਲਿਖਿਆ ਹੈ, ਗੋਰੇ ਤੋਂ ਭਾਵ ਚਿੱਟਾ। ਕਹਾਣੀਕਾਰ ਦੀ ਪਤਨੀ ਨੇ ਨੀਲੀ ਨੂੰ ਕਿਉਂ ਪਸੰਦ ਕੀਤਾ ਸੀ? ਹੁਣ 3 ਆਪਸ਼ਨਾਂ ਦੇ ਵਿੱਚੋਂ ਇੱਕ ਤੁਸੀਂ ਚੁਣਨੀ ਆ। ਕਿਉਂਕਿ ਨੀਲੀ ਦੇਖਣ ਨੂੰ ਸੋਹਣੀ ਲੱਗਦੀ ਸੀ। ਉਹ ਸੋਚਦੀ ਹੈ ਕਿ ਸੋਹਣੀ ਅਤੇ ਸਿਹਤਮੰਦ ਗਾਂ ਦਾ ਦੁੱਧ ਵੀ ਵਧੀਆ ਹੁੰਦਾ ਹੈ ਕਿਉਂਕਿ ਨੀਲੀ ਦੁੱਧ ਬਹੁਤ ਦਿੰਦੀ ਹੈ। ਹੁਣ 2 ਨੰਬਰ ਜਿਹੜਾ ਉੱਤਰ ਬਣਦਾ ਬੇਟਾ ਇਹਦਾ, ਉਹ ਸੋਚਦੀ ਹੈ ਕਿ ਸੋਹਣੀ ਅਤੇ ਸਿਹਤਮੰਦ ਗਾਂ ਦਾ ਦੁੱਧ ਵੀ ਬਹੁਤ ਵਧੀਆ ਹੁੰਦਾ ਹੈ, ਇਸ ਕਰਕੇ ਪਸੰਦ ਕਰਦੀ ਹੈ।
ਨੀਲੀ ਦੀ ਵੱਛੀ ਕਿਹੋ ਜਿਹੀ ਸੀ? ਉੱਤਰ ਹੈ ਨਿਰੀ ਪੁਰੀ ਨੀਲੀ ਦੀ ਸ਼ਕਲ ਵਾਲੀ। ਜਿਹੋ ਜਿਹੀ ਉਹਦੀ ਮਾਂ ਸੀ ਉਹੇ ਜੀ ਚਿੱਟੇ ਰੰਗ ਦੀ ਉਹਦੀ ਵਰਗੀ ਸ਼ਕਲ ਦੀ ਉਹਦੀ ਵੱਛੀ ਸੀ। ਕਹਾਣੀਕਾਰ ਦੀ ਪਤਨੀ ਕਿਸ ਗੱਲੋਂ ਖਪਦੀ ਰਹਿੰਦੀ ਹੈ? ਗਵਾਲਾ ਦੁੱਧ ਵਿੱਚ ਪਾਣੀ ਪਾਉਂਦਾ ਹੈ, ਗਵਾਲਾ ਵੱਛੀ ਲਈ ਚੂੜੀ ਦੁੱਧ ਦੀ ਨਹੀਂ ਬਚਾਉਂਦਾ ਤੇ ਵਿਚਾਰੀ ਬੇਜਵਾਨ ਹੱਡੀਆਂ ਦੀ ਮੁੱਠ ਨਿਕਲਦੀ ਆ ਰਹੀ ਸੀ, ਗਵਾਲਾ ਦੁੱਧ ਸਮੇਂ ਸਿਰ ਦੇ ਕੇ ਜਾਂਦਾ ਸੀ। ਇਹ ਹੁਣ ਤਿੰਨ ਆਪਸ਼ਨਾਂ 'ਚੋਂ ਇੱਕ ਗੱਲ ਆ ਜਿਹੜੀ ਉਹਦੀ ਪਤਨੀ ਸੋਚਦੀ ਆ। ਕੀ ਸੋਚਦੀ ਆ? ਗਵਾਲਾ ਵੱਛੀ ਲਈ ਚੂੜੀ ਦੁੱਧ ਦੀ ਨਹੀਂ ਬਚਾਉਂਦਾ ਸੀ ਤੇ ਵਿਚਾਰੀ ਬੇਜਵਾਨ ਹੱਡੀਆਂ ਦੀ ਮੁੱਠ ਨਿਕਲਦੀ ਆ ਰਹੀ ਸੀ। ਜਿਵੇਂ ਅਸੀਂ ਕਹਿੰਦੇ ਕਿ ਕਮਜ਼ੋਰੀ ਹੋ ਰਹੀ ਸੀ। ਕੌਣ? ਵੱਛੀ ਵੀ ਤੇ ਉਹਦੀ ਮਾਂ ਨੂੰ ਵੀ ਅਸੀਂ ਇੱਦਾਂ ਕਹਿ ਲਈਏ ਕਿ ਸਾਰਾ ਦੁੱਧ ਉਹਦਾ ਚੋ ਲੈਂਦਾ ਸੀ। ਹੁਣ ਜਿਹੜੀ ਬੱਚੀ ਆ ਬੇਟਾ ਉਹ ਤਾਂ 3 ਦਿਨਾਂ 'ਚ ਹੀ ਵਿਚਾਰੀ ਮਰ ਜਾਂਦੀ ਆ ਦੁੱਧ ਨਾ ਮਿਲਣ ਕਰਕੇ। ਅੱਗੇ ਹੈਗਾ 5 ਨੰਬਰ। ਗਵਾਲੇ ਦੀਆਂ ਅੱਖਾਂ ਵਿੱਚੋਂ ਅਥਰੂ ਡੁੱਲੂ ਡੁੱਲੂ ਕਿਉਂ ਕਰ ਰਹੇ ਸਨ? ਉੱਤਰ ਹੈ ਕਿਉਂਕਿ ਨੀਲੀ ਦੀ ਵੱਛੀ ਮਰ ਗਈ ਸੀ। ਉਹ ਤਾਂ ਉਹਦੀਆਂ ਅੱਖਾਂ 'ਚ ਐਂ ਲੱਗ ਰਿਹਾ ਸੀ ਉਹ ਅਫਸੋਸ ਲਾ ਵੀ ਕਾਸ਼ ਵੱਛੀ ਬਚ ਜਾਂਦੀ, ਉਹਨੂੰ ਮੈਂ ਪਾਲਦਾ ਫਿਰ ਮੈਂ ਵੇਚਦਾ। ਅਸਲ 'ਚ ਲਾਲਚ ਸੀ, ਉਹਦੇ ਮਨ 'ਚ ਕੋਈ ਪਿਆਰ ਵਾਲੇ ਹੰਝੂ ਨਹੀਂ ਸੀ। 6 ਨੰਬਰ ਪ੍ਰਸ਼ਨ ਹੈ ਚੂੜੀ ਦੁੱਧ ਬਚਾਉਣ ਲਈ ਭੈੜੇ ਨੇ ਵੱਛੀ ਗਵਾ ਲਈ। ਕਹਾਣੀਕਾਰ ਦੀ ਪਤਨੀ ਬਾਰ-ਬਾਰ ਇਹ ਗੱਲ ਕਿਉਂ ਬੁੜਬੁੜਾਉਂਦੀ ਹੈ? ਕਿਉਂ ਉਹ ਬਾਰ-ਬਾਰ ਗੁਣਗੁਣਾਉਂਦੀ ਸੀ, ਬੋਲਦੀ ਸੀ ਗੱਲ ਨੂੰ? ਉੱਤਰ ਹੈ ਕਿਉਂਕਿ ਗਵਾਲਾ ਦੁੱਧ ਵੇਚਣ ਦੇ ਲਾਲਚ ਵਸ ਵੱਛੀ ਨੂੰ ਦੁੱਧ ਘੱਟ ਛੱਡਦਾ ਰਿਹਾ, ਜਿਸ ਕਰਕੇ ਵੱਛੀ ਮਰ ਗਈ ਸੀ। ਉਹ ਕਹਿੰਦੀ ਇਹਨੇ ਦੁੱਧ ਨਹੀਂ ਉਹਨੂੰ ਪਿਆਇਆ, ਲਾਲਚੀ ਬੰਦੇ ਨੇ ਉਹ ਵਿਚਾਰੀ ਵੱਛੀ ਉਹ ਗਵਾ ਲਈ। ਗਵਾਲੀ ਤੋਂ ਭਾਵ ਮਰ ਗਈ ਉਹ। ਅੱਗੇ ਹੈਗਾ 7 ਨੰਬਰ ਪ੍ਰਸ਼ਨ। ਨੀਲੀ ਦਾ ਦੁੱਧ ਚੋਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ ਗਵਾਲਾ ਕੀ ਕਰਦਾ ਹੈ? ਉੱਤਰ ਹੈ ਨੀਲੀ ਤੋਂ ਮਸਾਲੇ ਦੀ ਟੋਕਰੀ ਖੋਹ ਲੈਂਦਾ ਹੈ ਤੇ ਵਾਪਸ ਚਲਾ ਜਾਂਦਾ ਹੈ। ਉਹ 2 ਦਿਨ ਇੱਦਾਂ ਹੀ ਹੁੰਦਾ, ਤੀਸਰੇ ਦਿਨ ਵੀ ਉਹ ਟੋਕਰੀ ਚੱਕ ਕੇ ਗੁੱਸੇ 'ਚ ਚਲਾ ਜਾਂਦਾ ਹਰੇ ਚਾਰੇ ਵਾਲੀ। ਹੁਣ ਇੱਥੇ ਵੀ ਉਹ ਸੈਲਫਿਸ਼ ਆ, ਉਹਨੂੰ ਲੱਗਦਾ ਕਿ ਜੇ ਨੀਲੀ ਦੁੱਧ ਦਿੰਦੀ ਤਾਂ ਉਹਨੂੰ ਉਹ ਹਰਾ ਚਾਰਾ ਪਾਉਂਦਾ, ਜੇ ਉਹਨੇ ਦੁੱਧ ਨਹੀਂ ਦਿੱਤਾ ਤੇ ਉਹਦੇ ਮੂਹਰੋਂ ਹਰਾ ਚਾਰਾ ਵੀ ਚੱਕ ਕੇ ਲੈ ਜਾਂਦਾ। ਐਡਾ ਲਾਲਚੀ ਆ ਗਵਾਲਾ। ਪ੍ਰਸ਼ਨ ਨੰਬਰ 8। ਨੀਲੀ ਦੀ ਵੱਛੀ ਮਰਨ ਨਾਲ ਉਸ ਉੱਪਰ ਕੀ ਅਸਰ ਹੁੰਦਾ ਹੈ? ਹੁਣ ਦੇਖੋ ਇਹ ਸਾਰੀ ਕਹਾਣੀ 'ਚ ਆਪਾਂ ਇਹੀ ਅਸਰ ਨੂੰ ਵੀ ਮਹਿਸੂਸ ਕੀਤਾ। ਉਸ ਦੀ ਮਮਤਾ ਵਲੂੰਦਰੀ ਜਾਂਦੀ ਹੈ, ਉਸ ਉੱਪਰ ਕੋਈ ਅਸਰ ਨਹੀਂ ਹੁੰਦਾ। ਉੱਤਰ ਹੈ ਉਸ ਦੀ ਮਮਤਾ ਵਲੂੰਦਰੀ ਜਾਂਦੀ ਹੈ, ਜੋ ਉਹਦੇ ਅੰਦਰ ਮੋਹ ਆ ਮਾਂ ਵਾਲਾ। 9 ਨੰਬਰ ਪ੍ਰਸ਼ਨ। ਕਹਾਣੀਕਾਰ ਪਸ਼ੂ ਧਨ ਨੂੰ ਕਿਸ ਤਰ੍ਹਾਂ ਦੇਖਦਾ ਹੈ? ਕਹਾਣੀਕਾਰ ਪੰਜਾਬ ਦੇ ਪਸ਼ੂ ਧਨ ਨੂੰ ਅਮਾਨਵਵਾਦੀ ਨਜ਼ਰੀਏ ਤੋਂ ਦੇਖਦਾ ਹੈ, ਕਹਾਣੀਕਾਰ ਪੰਜਾਬ ਦੇ ਪਸ਼ੂ ਧਨ ਨੂੰ ਮਾਨਵਵਾਦੀ ਨਜ਼ਰੀਏ ਤੋਂ ਦੇਖਦਾ ਹੈ। ਉੱਤਰ ਹੈ ਕਹਾਣੀਕਾਰ ਪੰਜਾਬ ਦੇ ਪਸ਼ੂ ਧਨ ਨੂੰ ਮਾਨਵਵਾਦੀ ਨਜ਼ਰੀਏ ਤੋਂ ਵੇਖਦਾ ਹੈ ਕਿ ਜਿਵੇਂ ਅਸੀਂ ਮਨੁੱਖਾਂ ਉਵੇਂ ਹੀ ਭਾਈ ਸਾਡੇ ਪਸ਼ੂ ਵੀ ਨੇ। ਖਾਲਿਸਤਾਨ। ਗਾਗਰ ਵਿੱਚ ਧਾਰਾਂ ਦਾ ਡੈਸ਼ ਸੁਣਾਈ ਦੇਣ ਲੱਗ ਜਾਂਦਾ। ਸੰਗੀਤ। ਗਾਗਰ 'ਚ ਜਦੋਂ ਉਹ ਧਾਰਾਂ ਮਾਰਦਾ ਸੀ। ਗਾਗਰ ਬੇਟਾ ਮਤਲਬ ਜਿਵੇਂ ਅਸੀਂ ਕਹਿੰਦੇ ਨਾ ਹੁਣ ਅੱਜ ਕੱਲ੍ਹ ਤਾਂ ਗਾਗਰਾਂ ਕਿੱਥੇ ਰਹਿ ਗਈਆਂ, ਜਿਵੇਂ ਸਾਡੇ ਉਹ ਨਹੀਂ ਪਾਊਟ ਹੁੰਦਾ ਨੀਚੋਂ ਉਹ ਚੌੜੀ ਹੁੰਦੀ ਹੈ, ਗਰਦਨ ਥੋੜ੍ਹੀ ਜਿਹੀ ਉਹਦੀ ਪਤਲੀ ਹੁੰਦੀ ਹੈ, ਇੱਦਾਂ ਦਾ ਬਰਤਨ ਹੁੰਦਾ ਗਾਗਰ। ਮੇਰੀ ਤ੍ਰੀਮਤ ਡੈਸ਼ ਕਹਿ ਕੇ ਰਹਿ ਜਾਂਦੀ, ਦੰਦ ਕਰੀਚ ਕੇ। ਮੇਰੀ ਤ੍ਰੀਮਤ ਦੰਦ ਕਰੀਚ ਕੇ ਰਹਿ ਜਾਂਦੀ। ਉਹ ਤੇ ਮਸਾਲੇ ਦੀ ਟੋਕਰੀ ਚੁੱਕੀ ਡੈਸ਼ ਜਾ ਰਿਹਾ ਸੀ, ਬਾਹੋ ਦਾਹੀ ਤੇਜ਼ ਤੇਜ਼ ਤੁਰਿਆ ਜਾਣਾ। ਇਹਨੂੰ ਬੋਲਦੇ ਨੇ ਬਾਹੋ ਦਾਹੀ ਈੜੀ ਦੇ ਉੱਤਰ ਸੱਸਾ। ਤੈਨੂੰ ਨਹੀਂ ਪਤਾ ਡੈਸ਼ ਦਾ ਕੀ ਰਿਸ਼ਤਾ ਹੁੰਦਾ ਹੈ। ਹੁਣ ਤੈਨੂੰ ਨਹੀਂ ਪਤਾ ਮਾਂ ਧੀ ਦਾ ਕੀ ਰਿਸ਼ਤਾ ਹੁੰਦਾ ਹੈ। ਸਹੀ ਅਤੇ ਗਲਤ ਦੀ ਚੋਣ ਕਰਨ ਲਈ ਪ੍ਰਸ਼ਨ ਦਿੱਤੇ ਗਏ ਨੇ ਬੇਟਾ। ਨੀਲੀ ਦੀ ਵੱਛੀ ਕਾਲੇ ਰੰਗ ਦੀ ਸੀ, ਗਵਾਲੇ ਨੇ ਲਾਲਚ ਵਸ ਵੱਛੀ ਮਾਰ ਲਈ ਸੀ, ਵੱਛੀ ਦੇ ਮਰਨ ਨਾਲ ਨੀਲੀ ਉੱਪਰ ਕੋਈ ਅਸਰ ਨਹੀਂ ਹੋਇਆ। ਹੁਣ ਇਹ ਤੁਸੀਂ ਦੱਸਣਾ ਨੀਲੀ ਕਿਹੇ ਉਹਦੀ ਵੱਛੀ ਸੀ ਜਿਹੜੀ ਕਿਹੇ ਜਿਹੇ ਰੰਗ ਦੀ ਸੀ? ਕਾਲੀ ਸੀ? ਨਹੀਂ, ਗਲਤ। ਗਵਾਲੇ ਨੇ ਲਾਲਚ ਵਸ ਵੱਛੀ ਮਾਰ ਲਈ ਸੀ, ਠੀਕ। ਵੱਛੀ ਦੇ ਮਰਨ ਨਾਲ ਨੀਲੀ ਉੱਪਰ ਕੋਈ ਅਸਰ ਨਹੀਂ ਹੋਇਆ, ਗਲਤ ਹੋਇਆ ਸੀ। ਇਹ ਕਹਾਣੀ ਇੱਕ ਗਾਂ ਦੇ ਮਨੋਭਾਵਾਂ ਨੂੰ ਉਘਾੜਦੀ ਹੈ ਕਿ ਵੱਛੀ ਦੇ ਮਰਨ ਨਾਲ ਉਸ ਦੀ ਮਮਤਾ ਵਲੂੰਦਰੀ ਜਾਂਦੀ ਹੈ। ਅੱਗੇ ਹੈ ਗਵਾਲਾ ਗਾਂ ਦੇ ਮਨੋਭਾਵਾਂ ਨੂੰ ਸਮਝਦਾ ਹੈ। ਇਹ ਉੱਪਰਲੇ ਠੀਕ ਗਲਤ ਚੱਲ ਰਹੇ ਨੇ ਬੇਟਾ। ਹੁਣ ਹਾ ਇਹਦੇ ਵਿੱਚ ਅਸੀਂ ਹਾ ਦੇ ਨੂੰ ਕਹਾਂਗੇ ਗਲਤ, ਉਹਦੇ ਮਨੋਭਾਵਾਂ ਨੂੰ ਸਮਝਦਾ ਹੀ ਨਹੀਂ। ਇਹ ਠੀਕ ਗਲਤਾਂ ਦੇ ਉੱਤਰ ਨੇ ਬੇਟਾ ਜਿਹੜੇ ਉੱਪਰ ਅਸੀਂ ਪੜ੍ਹ ਕੇ ਆਏ, ਮੈਂ ਨਾਲ ਹੁੰਦੀ ਦੱਸਦੇ ਸੀ। 12 ਨੰਬਰ।
ਹੇਠ ਲਿਖੇ ਸ਼ਬਦ ਸਮੂਹ ਨੂੰ ਸ਼ਬਦਕੋਸ਼ ਤਰਤੀਬ ਅਨੁਸਾਰ ਲਿਖੋ। ਇਹ ਬੇਟਾ ਸ਼ਬਦਕੋਸ਼ ਤਰਤੀਬ ਦੇ ਉੱਪਰ ਤੁਹਾਨੂੰ ਪਹਿਲਾਂ ਤਾਂ ਲਗਾ ਮਾਤਰਾ ਪੂਰੀਆਂ ਪਤਾ ਹੋਣੀਆਂ ਚਾਹੀਦੀਆਂ ਨੇ ਤੇ ਉਸ ਤੋਂ ਬਾਅਦ ਊੜੇ ਆੜੇ ਦਾ ਪੈਟਰਨ ਪਤਾ ਹੋਣਾ ਚਾਹੀਦਾ। ਹੁਣ ਬੇਟਾ ਇਹਦੇ ਵਿੱਚ ਹੁੰਦਾ ਕਿ ਸਭ ਤੋਂ ਪਹਿਲਾਂ ਮੁਕਤਾ ਅੱਖਰ ਤਾਂ ਨਹੀਂ, ਮੁਕਤੇ ਤੋਂ ਬਾਅਦ ਲਗਾ ਮਾਤਰਾ ਤੋਂ ਬਾਅਦ ਊੜਾ ਐੜੇ ਵਾਲੇ ਸ਼ਬਦ ਉੱਦਾਂ ਬੇਟਾ ਤਰਤੀਬਵਾਰ ਲੱਗਦੇ ਨੇ। ਜਿਵੇਂ ਪਹਿਲਾ ਸੱਸਾ, ਸੱਸੇ ਤੋਂ ਬਾਅਦ ਹਾਹਾ ਕੱਕਾ ਖੱਖਾ ਗੱਗਾ, ਗੱਗਾ ਗਰਦਨ, ਫਿਰ ਗੱਗਾ ਗਵਾਲਾ, ਫਿਰ ਗੱਗੇ ਪੈਰ ਬਿੰਦੀ ਵਾਲਾ ਸ਼ਬਦ ਲਿਆ ਅਤੇ ਕੱਕਾ ਖੱਖਾ ਗੱਗਾ, ਇਹਨੂੰ ਪੂਰਾ ਘੱਗਾ ਤੱਕ ਕਈਆਂ ਤੱਕ ਚੱਲਦਾ ਰਹੂਗਾ। ਫਿਰ ਆ ਗਿਆ ਤੱਤਾ, ਤੱਤੇ ਤੋਂ ਬਾਅਦ ਵਾਲਾ ਅੱਖਰ ਕੋਈ ਨਹੀਂ ਆਇਆ, ਫਿਰ ਮੰਮਾ, ਫਿਰ ਝੱਜਾ। ਇਹ ਬੇਟਾ ਇੱਦਾਂ ਇਹ ਨਾ ਸ਼ਬਦਕੋਸ਼ ਤਰਤੀਬ ਤੁਹਾਡੇ ਸਿਲੇਬਸ ਦਾ ਇੱਕ ਹਿੱਸਾ, ਜਿਹਦੇ ਵਿੱਚ ਤੁਹਾਨੂੰ ਅਸੀਂ ਇਹ ਦੱਸਣਾ ਕਿ ਮੁਕਤਾ ਅੱਖਰ ਕਿਹੜੇ ਨੇ, ਲਗਾ ਮਾਤਰਾ ਕਿਹੜੀਆਂ ਨੇ ਅਤੇ ਊੜੇ ਆੜੇ ਦਾ ਪੈਟਰਨ। ਇਹਦੇ ਵਿੱਚ ਬੇਟਾ ਉਹ ਸਾਰੀਆਂ ਲਗਾ ਮਾਤਰਾ ਨੂੰ, ਮੁਕਤੇ ਨੂੰ ਅਤੇ ਊੜੇ ਆੜੇ ਦੀ 35 ਅੱਖਰ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਬਦਕੋਸ਼ ਤਰਤੀਬ ਅਨੁਸਾਰ ਅੱਖਰ ਕਿਵੇਂ ਲਾਉਣੇ ਨੇ, ਉਹਨਾਂ ਦੀ ਜਿਹੜਾ ਸਥਾਨ ਅੰਤਰ ਇਹਦੇ ਵਿੱਚੋਂ ਉੱਪਰੋਂ ਨੀਚੇ ਕਿਹੜਾ ਕਿਹੜਾ ਪੈਟਰਨ 1 2 3 ਦੇ ਹਿਸਾਬ ਨਾਲ ਲੱਗੂਗਾ, ਇਹਦੇ ਉੱਪਰ ਆਪਾਂ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ। ਜਸਟ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੈਂ ਪਹਿਲੇ ਅੱਖਰ ਦੇ ਹਿਸਾਬ ਨਾਲ ਊੜੇ ਆੜੀ 35 ਅੱਖਰੀ ਦੇ ਹਿਸਾਬ ਨਾਲ ਤੁਹਾਨੂੰ ਦੱਸਤਾ ਕਿ ਸੱਸਾ ਗੱਗਾ, ਫਿਰ ਗੱਗਾ, ਫਿਰ ਗੱਗਾ, ਫਿਰ ਲਗਾ ਮਾਤਰਾ ਦੇ ਹਿਸਾਬ ਨਾਲ। ਅੱਗੇ ਹੈਗਾ ਵਾਕ ਵਟਾਂਦਰਾ ਕਰੋ। ਊੜਾ, ਗਵਾਲੇ ਕੋਲ ਢੇਰ ਸਾਰੇ ਡੰਗਰ ਸਨ ਅਤੇ ਉਹਨਾਂ ਵਿੱਚੋਂ ਚੁਣ ਕੇ ਮੇਰੀ ਤ੍ਰੀਮਤ ਨੇ ਨੀਲੀ ਨੂੰ ਪਸੰਦ ਕੀਤਾ ਸੀ। ਸਧਾਰਨ ਵਾਕ ਆ, ਇਹਨੂੰ ਹੁਣ ਤੁਸੀਂ ਨੇ ਸਧਾਰਨ ਵਾਕ ਦੇ ਵਿੱਚ ਬਣਾਉਣਾ ਹੈ ਇਹ ਸਾਰੀ ਸਟੇਟਮੈਂਟ ਨੂੰ। ਗਵਾਲੇ ਨੇ, ਗਵਾਲੇ ਦੇ ਢੇਰ ਸਾਰ ਡੰਗਰਾਂ ਵਿੱਚੋਂ ਚੁਣ ਕੇ ਮੇਰੀ ਤ੍ਰੀਮਤ ਨੇ ਨੀਲੀ ਨੂੰ ਪਸੰਦ ਕੀਤਾ ਸੀ। ਮਤਲਬ ਸ਼ਬਦ ਉਹੀ ਨੇ ਬਟ ਉਹਨਾਂ ਨੂੰ ਤਰਤੀਬਵਾਰ ਲਾਇਆ ਹੈ, ਇਹਨੂੰ ਸਧਾਰਨ ਵਾਕ 'ਚ ਬਣਾਇਆ। ਨੀਲੀ ਵੱਛੀ ਲਈ ਛੁਪਾ ਕੇ ਰੱਖਿਆ ਦੁੱਧ ਪਿੱਛੋਂ ਉਹਨੂੰ ਪਿਲਾਉਂਦੀ ਹੈ। ਸੰਯੁਕਤ ਵਾਕ, ਨੀਲੀ ਵੱਛੀ ਲਈ ਦੁੱਧ ਛੁਪਾ ਕੇ ਰੱਖਦੀ ਹੈ ਅਤੇ ਪਿੱਛੋਂ ਉਸ ਨੂੰ ਪਿਲਾਉਂਦੀ ਹੈ। ਪਿਲਾਉਂਦੀ ਜਾਂ ਪਿਆਉਂਦੀ ਹੈ ਆਪਾਂ ਇਹ ਵੀ ਬੋਲ ਦਿੰਦੇ ਹਾਂ। ਅਗਲਾ ਵਾਕ ਹੈ ਨੀਲੀ ਵੱਛੀ ਲਈ ਛੁਪਾ ਕੇ ਰੱਖਿਆ ਦੁੱਧ ਪਿੱਛੋਂ ਉਸ ਨੂੰ ਪਿਲਾਉਂਦੀ ਹੈ। ਅੱਗੇ ਮੇਰੀ ਤ੍ਰੀਮਤ ਉਸ ਨੂੰ ਵੱਛੀ ਬਾਰੇ ਯਾਦ ਕਰਾਉਂਦੀ ਹੈ ਅਤੇ ਉਹ ਨੱਕ ਵਿੱਚ ਗੁਣਗੁਣਾ ਛੱਡਦਾ ਹੈ। ਮਿਸ਼ਰਤ ਵਾਕ ਹੈ। ਹੁਣ ਇਹਨੂੰ ਕਿਵੇਂ ਬਣਿਆ ਹੈ, ਮੇਰੀ ਤ੍ਰੀਮਤ ਉਸ ਨੂੰ ਵੱਛੀ ਬਾਰੇ ਯਾਦ ਕਰਾਉਂਦੀ ਪਰ ਉਹ ਨੱਕ ਵਿੱਚ ਗੁਣਗੁਣਾ ਛੱਡਦਾ। ਇਹਨੂੰ ਮਿਸ਼ਰਤ ਵਾਕ ਬਣਾ ਕੇ ਕਾਲੇ ਅੱਖਰਾਂ 'ਚ ਸਾਡੇ ਸਾਹਮਣੇ ਪੇਸ਼ ਕੀਤਾ ਗਿਆ। ਮੈਂ ਕਦ ਕਹਿੰਦੀ ਹਾਂ ਕਿ ਮੈਨੂੰ ਯਾਦ ਰੱਖਾਂਗੀ, ਮੈਂ ਉਸ ਨੂੰ ਯਾਦ ਰੱਖਾਂਗੀ। ਨਾਂਹਵਾਚਕ, ਮੈਂ ਕਦ ਕਹਿੰਦੀ ਹਾਂ ਕਿ ਮੈਂ ਉਸ ਨੂੰ ਭੁੱਲਾਂਗੀ ਨਹੀਂ। ਇਹ ਬੇਟਾ ਤੁਹਾਡੇ ਜਿਹੜੇ ਵਾਕ ਸੀਗੇ ਇਹਦੇ ਵਿੱਚ ਤੁਸੀਂ ਮਿਸ਼ਰਤ ਵਾਕ, ਸੰਯੁਕਤ ਵਾਕ, ਨਾਂਹਵਾਚਕ ਵਾਕ ਬਣਾਉਣੇ ਸਿੱਖੇ ਅਤੇ ਸ਼ਬਦਕੋਸ਼ ਵਾਲੀ ਤੁਹਾਨੂੰ ਸਪੈਸ਼ਲ ਇੱਕ ਤੁਹਾਡੇ ਸਿਲੇਬਸ ਦੇ ਅਨੁਸਾਰ ਬੇਟਾ ਵੀਡੀਓ ਬਣਾ ਕੇ ਇਸ ਚੈਨਲ 'ਤੇ ਪਾਵਾਂਗੇ ਆਪਾਂ। ਇਹਦੇ ਵਿੱਚ ਫਿਰ ਵੀਡੀਓ ਹੋਰ ਜ਼ਿਆਦਾ ਲੰਮੀ ਚਲੀ ਜਾਣੀ ਸੀ ਜੇ ਆਪਾਂ ਹੋਰ ਵਿਚਾਰਾਂ ਕਰਦੇ। ਇਹਦੇ ਵਿੱਚ ਫਿਲਿਪਸ ਹੋ ਗਈਆਂ ਅਤੇ ਇਹ ਤੁਹਾਡੇ 2-3 ਉੱਤਰਾਂ ਦੇ ਵਿੱਚੋਂ ਸਹੀ ਉੱਤਰ ਚੁਣਨ ਵਾਲੇ ਪ੍ਰਸ਼ਨ ਉੱਤਰ ਨੇ ਅਤੇ ਉੱਪਰ ਵੈਰੀ ਸ਼ਾਰਟ ਵਾਂਗੂ ਜਿਹੜੇ ਤੁਹਾਨੂੰ ਪ੍ਰਸ਼ਨ ਉੱਤਰ ਦਿੱਤੇ ਗਏ ਨੇ। ਸੋ ਬੇਟਾ ਨੀਲੀ ਕਹਾਣੀ ਨਾਲ ਸੰਬੰਧਿਤ ਇਹ ਪ੍ਰਸ਼ਨ ਉੱਤਰਾਂ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ।